ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੈਠ ਹਰਿਮੰਦਰ ਸੁਣੈ ਸੁਗਿਆਨ। ਬੈਠ ਹਰਿਮੰਦਰ ਸੁਣੈ ਸੋ ਗਿਆਨ। ਮੁਲਤਾਨ ਦੀ ਧਰਤੀ ਤੇ ਕੌੜਾ ਮੱਲ ਦੀ ਅਗਵਾਈ ਵਿੱਚ ਅਤੇ ਦੂਜੇ ਬੰਨੇ ਸ਼ਾਹਨਵਾੜ ਦੀ ਅਗਵਾਈ ਵਿੱਚ ਜੰਗ ਹੋਇਆ। ਸਿੱਖਾਂ ਨੇ ਕੌੜਾ ਮੱਲ ਦੀ ਮਦਦ ਕਰਦਿਆਂ ਹੋਇਆ ਸ਼ਾਹਨਵਾਜ਼ ਨੂੰ, ਜੋ ਕਿ ਜ਼ਕਰੀਆ ਖਾਂ ਦਾ ਪੁੱਤਰ ਸੀ, ਉਹਨੂੰ ਮਾਰ ਦਿੱਤਾ, ਉਹਨੂੰ ਖਤਮ ਕਰ ਦਿੱਤਾ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਸਿੱਖ ਆਪਣਾ ਗੁਜ਼ਾਰਾ ਕਦੀ ਕਿਤੇ ਲੁੱਟ ਕਰਕੇ, ਕਦੀ ਕਿਤਿਓਂ ਲੁੱਟ ਮਾਰ ਕਰਕੇ ਕਰਨੀ, ਤੇ ਜਦੋਂ ਵੀ ਮੌਕਾ ਮਿਲਣਾ ਅੰਮ੍ਰਿਤਸਰ ਦੀ ਧਰਤੀ ਤੇ ਜ਼ਰੂਰ ਪਹੁੰਚਣਾ। ਖਾਸ ਕਰਕੇ ਦੋ ਤਿਉਹਾਰ ਅਜਿਹੇ ਸਨ ਜਿਨ੍ਹਾਂ ਤੇ ਸਰਬੱਤਰ ਖਾਲਸਾ ਇਕੱਤਰ ਹੁੰਦਾ ਹੀ ਹੁੰਦਾ ਸੀ। ਇੱਕ ਵਿਸਾਖੀ ਤੇ ਦੂਸਰਾ ਦੀਵਾਲੀ। ਭਾਈ ਰਤਨ ਸਿੰਘ ਜੀ ਕਹਿੰਦੇ, ਜਦੋਂ ਵੀ ਸਿੱਖਾਂ ਨੇ ਅੰਮ੍ਰਿਤਸਰ ਆਉਣਾ, ਇਹ ਦੋ ਤਿਉਹਾਰ ਬੜੇ ਧੂਮ-ਧਾਮ ਦੇ ਨਾਲ ਮਨਾਉਣੇ। ਜੋੜ ਮੇਲਾ ਕਰਨਾ, ਸੰਗਤਾਂ ਆਉਣੀਆਂ, ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਵਿੱਚ ਰੌਣਕਾਂ ਲੱਗਣੀਆਂ। ਤੇ ਬੈਠ ਹਰਿਮੰਦਰ ਸੁਣੇ ਸੋ ਗਿਆਨ। ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਸਿੱਖਾਂ ਨੇ ਗੁਰੂ ਦੇ ਗਿਆਨ ਨੂੰ ਸੁਣਨਾ, ਗੁਰੂ ਦੀ ਗੱਲ ਨੂੰ ਸੁਣਨਾ, ਕੀਰਤਨ ਬਾਣੀ ਕਥਾ ਵਿਚਾਰ ਸੁਣਨੀ, ਅਤੇ ਜੋ ਗੁਰੂ ਕਹਿ ਰਿਹਾ ਹੈ, ਜੋ ਗੁਰੂ ਉਪਦੇਸ਼ ਦੇ ਰਿਹਾ ਹੈ, ਜੋ ਗੁਰੂ ਸਿੱਖਿਆ ਦੇ ਰਿਹਾ ਹੈ, ਉਸ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਅਤੇ ਗੁਰੂ ਦੇ ਕਹੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ। ਗੁਰ ਬਚਨਨ ਪਰ ਲਾਵੈ ਧਿਆਨ। ਗੁਰ ਬਚਨਨ ਪਰ ਲਾਵੈ ਧਿਆਨ। ਗੁਰੂ ਦੇ ਬਚਨਾਂ ਦੇ ਉੱਤੇ ਆਪਣੇ ਧਿਆਨ ਨੂੰ ਕੇਂਦਰਿਤ ਕਰਦੇ ਹਨ, ਤਾਂ ਜੋ ਗੁਰੂ ਦਾ ਜੋ ਬਚਨ ਹੈ ਉਹਨੂੰ ਧਿਆਨ ਦੇ ਨਾਲ ਸੁਣਿਆ ਜਾ ਸਕੇ ਤੇ ਧਿਆਨ ਨੂੰ ਸੁਣ ਕੇ ਕਮਾਇਆ ਜਾ ਸਕੇ। ਕਿਉਂਕਿ ਜਿਹੜੀ ਗੱਲ ਧਿਆਨ ਨਾਲ ਸੁਣੀ ਜਾਵੇਗੀ ਉਹਨੂੰ ਹੀ ਕਮਾਇਆ ਜਾਵੇਗਾ। ਇਸੇ ਕਰਕੇ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਤਾਂ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਪਹਿਲਾਂ ਸੁਣਨ ਦੀ ਗੱਲ ਕੀਤੀ ਹੈ, ਫਿਰ ਮੰਨਣ ਦੀ ਗੱਲ ਕੀਤੀ ਹੈ। ਕਿਉਂਕਿ ਮੰਨੇਗਾ ਉਹ ਹੀ ਜਿਹੜਾ ਸੁਣੇਗਾ, ਜਿਹੜਾ ਸੁਣੇਗਾ ਨਹੀਂ ਉਹ ਕਦੀ ਮੰਨ ਵੀ ਨਹੀਂ ਸਕਦਾ। ਸਤਿਗੁਰੂ ਜੀ ਦੀਆਂ ਆਪਾਂ 4 ਪੌੜੀਆਂ ਜਪਜੀ ਸਾਹਿਬ ਦੀਆਂ ਪਹਿਲਾਂ ਸੁਣਨ ਵਾਲੀਆਂ ਪੜ੍ਹਦੇ ਹਾਂ ਤੇ ਫਿਰ ਮੰਨਣ ਵਾਲੀਆਂ ਪੜ੍ਹਦੇ ਹਾਂ। ਕਿਉਂਕਿ ਸੁਣਨ ਦਾ ਮਨ ਦਾ ਉਹ ਹੁੰਦਾ ਹੈ ਜਿਹੜਾ ਸੁਰਤ ਕਰਕੇ ਸੁਣਦਾ ਹੁੰਦਾ ਹੈ। ਕਿਉਂਕਿ ਜਿਹੜਾ ਕੰਨਾਂ ਦੇ ਨਾਲ, ਬਾਹਰੀ ਕੰਨਾਂ ਨਾਲ ਸੁਣਦਾ ਹੈ, ਸੁਰਤ ਉਹਦੀ ਖਿੰਡੀ ਪੁੰਡੀ ਹੈ, ਉਹਦਾ ਸੁਣਿਆ ਹੋਇਆ ਨਾ ਸੁਣਿਆ ਇੱਕ ਬਰਾਬਰ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਮੰਨ ਲਵੋ ਇੱਕ ਬੰਦਾ ਘਰੋਂ ਬਾਜ਼ਾਰ ਚੱਲਿਆ ਹੈ ਤੇ ਤੁਰਨ ਲੱਗਿਆ ਘਰਦਿਆਂ ਨੇ ਕਹਿ ਦਿੱਤਾ ਕਿ ਆਹ ਜਿਹੜਾ ਸਮਾਨ ਆਉਂਦੇ ਹੋਏ ਬਾਜ਼ਾਰੋਂ ਫੜੀ ਲਿਆਇਓ। ਉਹਨੂੰ ਕਹਿ ਦਿੱਤਾ, ਉਹਨੇ ਕੰਨਾਂ ਨਾਲ ਸੁਣ ਲਿਆ, ਪਰ ਜਦੋਂ ਸ਼ਾਮ ਨੂੰ ਜਾਂ ਜਦੋਂ ਵੀ ਉਹਨੂੰ ਮੌਕਾ ਮਿਲਿਆ ਘਰ ਦੇ ਵਿੱਚ ਵਾਪਸ ਆਇਆ ਤੇ ਉਹਨੇ ਸਮਾਨ ਲਿਆਂਦਾ ਨਹੀਂ। ਤੇ ਆ ਕੇ ਜਦੋਂ ਘਰਦਿਆਂ ਨੇ ਪੁੱਛਿਆ ਮੇਰਾ ਸਮਾਨ, ਉਹਨੇ ਕਹਿ ਦਿੱਤਾ ਕਿ ਮੈਂ ਭੁੱਲ ਗਿਆ। ਭੁੱਲ ਕਿਉਂ ਗਿਆ? ਕਿਉਂਕਿ ਉਹਨੇ ਸੁਰਤ ਦੇ ਨਾਲ ਸੁਣਿਆ ਨਹੀਂ, ਉਹਨੇ ਕੰਨਾਂ ਦੇ ਨਾਲ ਸੁਣਿਆ ਸੀ, ਜਿਸ ਕਰਕੇ ਕੰਨਾਂ ਤੇ ਤੱਕ ਹੀ ਆਵਾਜ਼ ਰਹਿ ਗਈ, ਸੁਰਤ ਤੱਕ ਆਵਾਜ਼ ਪਹੁੰਚੀ ਹੀ ਨਹੀਂ, ਜਿਹਦੇ ਕਰਕੇ ਉਹਨੂੰ ਚੇਤੇ ਨਹੀਂ ਆਇਆ ਕਿ ਮੈਂ ਫਲਾਣਾ ਸਮਾਨ ਵੀ ਲੈ ਕੇ ਆਉਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕੱਲਾ ਕੰਨਾਂ ਦੇ ਨਾਲ ਸੁਣ ਲੈਣਾ ਗੱਲ ਨਹੀਂ ਬਣੇਗੀ, ਸੁਰਤ ਨੂੰ ਕੇਂਦਰਿਤ ਕਰਕੇ ਸੁਣੀ ਹੋਈ ਗੱਲ ਦਾ ਹੀ ਜਿਹੜਾ ਉਹ ਲਾਭ ਹੁੰਦਾ ਹੈ। ਕਿਉਂਕਿ ਜਿਹੜਾ ਸੁਰਤ ਕਰਕੇ ਗੱਲ ਨੂੰ ਸੁਣ ਲਵੇਗਾ ਉਹ ਹੀ ਮਨ ਕਰਕੇ ਉਸ ਗੱਲ ਨੂੰ ਕਮਾ ਲਵੇਗਾ। ਸਤਿਗੁਰੂ ਜੀ ਨੇ ਇਸੇ ਕਰਕੇ ਬਾਣੀ ਵਿੱਚ ਕਿਹਾ, ਸੁਣਿਆ ਮੰਨਿਆ ਮਨ ਕੀਤਾ ਭਾਉ। ਸਤਿਗੁਰੂ ਜੀ ਨੇ ਪਹਿਲਾਂ ਸੁਣ ਕੇ ਉਹਨੂੰ ਮੰਨ ਕੇ ਤੇ ਉਹਨੂੰ ਪ੍ਰੇਮ ਕਰਨ ਦੀ ਗੱਲ ਕੀਤੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ
ਤੀਰਥ ਮਲ ਨਾਓ, ਕਿਉਂਕਿ ਸਤਿਗੁਰੂ ਕਹਿੰਦੇ ਹਨ ਜਿਹੜਾ ਅੰਦਰ ਦਾ ਤੀਰਥ ਦਾ ਇਸ਼ਨਾਨ ਕਰ। ਉਹ ਕਿਉਂ ਕਿਹਾ? ਕਿਉਂਕਿ ਸਤਿਗੁਰੂ ਜੀ ਨੇ ਕਿਹਾ, ਸਿੱਖ ਨੇ ਸੁਣਿਆ ਤੇ ਸਿੱਖ ਨੇ ਸੁਣ ਕੇ ਉਹਨੂੰ ਕਮਾ ਕੇ ਪਰਮ ਗੁਰੂ ਦੇ ਨਾਲ ਪ੍ਰੇਮ ਕੀਤਾ। ਤਾਂ ਕੀ ਪ੍ਰੇਮ ਕੀਤਾ? ਅੰਤਰਗਤ ਤੀਰਥ ਮਲ ਨਾਓ। ਗੁਰੂ ਕਹਿੰਦਾ ਜਿਹੜਾ ਤੇਰੇ ਅੰਦਰ ਨਾਮ ਰੂਪੀ ਤੀਰਥ ਹੈ ਉਹਦੇ ਵਿੱਚ ਇਸ਼ਨਾਨ ਕਰ। ਐਵੇਂ ਬਾਹਰੀ ਤੌਰ ਤੇ ਭੱਜਾ ਫਿਰ ਕੇ ਜਿਹੜਾ ਆਪਣਾ ਜੀਵਨ ਨਾ ਬਰਬਾਦ ਕਰ। ਕਿਉਂਕਿ ਜਿਹੜਾ ਬਾਹਰੀ ਇਸ਼ਨਾਨ ਕਰਨਾ ਉਹ ਇੱਕ ਪਾ ਲੱਥੀ ਨਹਾਤਿਆਂ ਦੋਏ ਪਾ ਚੜੀਏ ਸਹੋਰ। ਸਤਿਗੁਰੂ ਜੀ ਕਹਿੰਦੇ ਉਹ ਤੇ ਇਦਾਂ ਹੈ ਕਿ ਇੱਕ ਭਾਰ ਲੱਥ ਗਿਆ, ਮੈਲ ਲੱਥ ਗਈ ਤਾਂ ਮਨ ਉੱਤੇ ਦੁਗਣੀ ਮੈਲ ਲੱਗ ਗਈ ਕਿ ਫਲਾਣੇ ਨੇ ਆ ਕੇ ਕਈਆਂ ਨੂੰ ਦੱਸਿਆ ਕਿ ਮੈਂ ਅੱਜ ਇਸ਼ਨਾਨ ਕਰਕੇ ਆਇਆ ਹਾਂ। ਸਤਿਗੁਰੂ ਜੀ ਕਹਿੰਦੇ ਜਿਹੜਾ ਅੰਦਰ ਦਾ ਤੀਰਥ ਉਹਦੇ ਵਿੱਚ ਇਸ਼ਨਾਨ ਕਰ। ਇਸ ਗੱਲ ਨੂੰ ਸਿੱਖ ਨੇ ਸੁਣਿਆ, ਉਹਨੂੰ ਮੰਨਿਆ ਅਤੇ ਉਹਨਾਂ ਮੁੜ ਕੇ ਪ੍ਰੇਮ ਦੇ ਨਾਲ ਉਸ ਗੱਲ ਨੂੰ ਜਿਹੜਾ ਵਾ ਆਪਣੇ ਜੀਵਨ ਦੇ ਵਿੱਚ ਹੰਢਾ ਲਿਆ। ਉਸ ਪ੍ਰੇਮ ਦੇ ਰਾਹੀਂ ਗੁਰੂ ਨੂੰ ਜਿਹੜਾ ਰਝਾ ਲਿਆ। ਜਿਸ ਕਰਕੇ ਸਿੱਖ ਜਿਹੜੇ ਹਨ ਗੁਰ ਬਚਨ ਪਰ ਲਾਵੇ ਧਿਆਨ। ਗੁਰੂ ਦੇ ਬਚਨਾਂ ਉੱਤੇ ਧਿਆਨ ਨੂੰ ਕੇਂਦਰਿਤ ਕਰਕੇ ਗੁਰੂ ਦੀ ਗੱਲ ਨੂੰ ਸੁਣ ਕੇ ਉਹਨੂੰ ਧਿਆਨ ਦੇ ਨਾਲ ਮਨ ਦੇ ਵਿੱਚ ਟਿਕਾਉਂਦੇ ਹਨ ਅਤੇ ਮਨ ਦੇ ਕਰਕੇ ਉਹਨੂੰ ਮੁੜ ਕੇ ਕਮਾਉਂਦੇ ਹਨ। ਕਿਉਂਕਿ ਬਾਣੀ ਵਿੱਚ ਇੱਕ ਬਚਨ, ਸੋ ਧਿਆਨ ਧਰੂ ਜੇ ਬਹੁਰ ਨਾ ਧਰਨਾ। ਕਿਉਂਕਿ ਜੇ ਇੱਕ ਵਾਰੀ ਮਨੁੱਖ ਦਾ ਧਿਆਨ ਜੇ ਗੁਰੂ ਦੇ ਸ਼ਬਦ ਵਿੱਚ ਟਿਕ ਜਾਵੇ ਤਾਂ ਉਹ ਜਿਹੜਾ ਧਿਆਨ ਮੁੜ ਕੇ ਮਨੁੱਖ ਦਾ ਖਿੰਡਦਾ ਨਹੀਂ। ਉਹ ਧਿਆਨ ਦਾ ਜਿਹੜਾ ਸੁਰਤ ਏਦਾਂ ਜੁੜ ਜਾਂਦੀ ਹੈ ਜਿਵੇਂ ਗੁੜ ਦੇ ਵਿੱਚ ਮੱਖੀ ਸਮਾ ਜਾਂਦੀ ਹੈ। ਜੇ ਸਤਿਗੁਰੂ ਜੀ ਕਹਿੰਦੇ ਐਵੇਂ ਜਿਹੜਾ ਮਨੁੱਖ ਦੇ ਸੁਰਤ ਸ਼ਬਦ ਦੇ ਵਿੱਚ ਜੁੜ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਮਨੁੱਖ ਤੂੰ ਵੀ ਜਿਹੜਾ ਵਾ ਸੁਰਤ ਕਰਕੇ ਗੁਰੂ ਦੀ ਗੱਲ ਨੂੰ ਸੁਣ। ਗੁਰੂ ਦੀ ਗੱਲ ਨੂੰ ਸੁਰਤ ਕਰਕੇ ਸੁਣ ਤੇ ਮਨ ਕਰਕੇ ਕਮਾ, ਤਾਂ ਜੋ ਤੈਨੂੰ ਵੀ ਜਿਹੜਾ ਵਾ ਸੋਝੀ ਹੋ ਸਕੇ, ਤੈਨੂੰ ਵੀ ਗੁਰੂ ਦੇ ਗਿਆਨ ਦਾ ਚਾਨਣ ਹੋ ਸਕੇ, ਤੂੰ ਵੀ ਅੰਦਰੋਂ ਗਿਆਨਵਾਨ ਹੋ ਸਕੇ। ਤੇ ਜਿਹੜਾ ਮਨ ਕਰਕੇ ਭੜਕਦਾ ਫਿਰਦਾ ਵਾ, ਕਦੀ ਉਧਰ ਜਾਣਾ ਤੇ ਕਦੀ ਉਧਰ ਭੜਕਦਾ ਵਾ, ਉਹਦੇ ਵੱਲੋਂ ਤੈਨੂੰ ਟਿਕਾ ਤਾਂ ਮਿਲੇਗਾ ਜੇ ਤੂੰ ਗੁਰੂ ਦੀ ਗੱਲ ਨੂੰ ਧਿਆਨ ਦੇ ਨਾਲ ਸੁਣ ਕੇ ਉਹਨੂੰ ਮਨ ਕਰਕੇ ਕਮਾ ਲਵੇਂਗਾ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸਾ ਹਰਮੰਦਰ ਵਿੱਚ ਬੈਠ ਕੇ, ਹਰਮੰਦਰ ਸਾਹਿਬ ਦੇ ਵਿੱਚ ਸਮਾਧੀ ਲਾ ਕੇ ਟਿਕ ਕੇ ਮਨ ਦੇ ਰਾਹੀਂ ਗੁਰੂ ਦੇ ਬਚਨ ਨੂੰ ਸੁਣਦੇ ਹਨ, ਸਿੱਖਿਆ ਨੂੰ ਸੁਣਦੇ ਹਨ ਅਤੇ ਗੁਰੂ ਦੇ ਗੱਲ ਨੂੰ ਮੁੜ ਕੇ ਕਮਾਉਂਦੇ ਹਨ। ਅਕਾਲ ਬੁੰਗੇ ਚੜ ਤਖਤੇ ਬਹਿ ਹੈ, ਅਕਾਲ ਬੁੰਗੇ ਚੜ ਤਖਤੇ ਬਹਿ ਹੈ। ਜਦੋਂ ਅੰਮ੍ਰਿਤ ਵੇਲੇ ਦੀ ਸਮਾਪਤੀ ਹੁੰਦੀ ਹੈ ਦਰਬਾਰ ਦੀ ਸ੍ਰੀ ਹਰਮੰਦਰ ਸਾਹਿਬ ਦੀ, ਤਾਂ ਉਸ ਤੋਂ ਬਾਅਦ ਫਿਰ ਜਿਹੜੇ ਸਿੱਖ ਹਨ ਉਹ ਅਕਾਲ ਬੁੰਗੇ ਜਾਂਦੇ ਹਨ। ਅਕਾਲ ਬੁੰਗੇ ਤੋਂ ਭਾਵ ਕਿ ਸ੍ਰੀ ਅਕਾਲ ਤਖਤ ਸਾਹਿਬ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਕਾਲ ਬੁੰਗਾ ਵੀ ਕਿਹਾ ਜਾਂਦਾ ਹੈ। ਤੇ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਤੇ ਭਾਈ ਗੁਰਦਾਸ ਜੀ ਨੇ, ਤਿੰਨਾਂ ਨੇ ਰਲ ਕੇ ਬਣਾਇਆ 1609 ਈਸਵੀ ਦੇ ਵਿੱਚ। ਕੋਈ ਕਾਰੀਗਰ ਨਹੀਂ ਲਾਇਆ, ਕੋਈ ਮਿਸਤਰੀ ਨਹੀਂ ਲਾਇਆ, ਕੋਈ ਰਾਜਗੀਰੀ ਨਹੀਂ ਲਾਇਆ, ਕੋਈ ਦਿਹਾੜੀਦਾਰ ਨਹੀਂ ਲਾਇਆ। ਕੇਵਲ ਤੇ ਕੇਵਲ ਤਿੰਨਾਂ ਜਾਣਿਆਂ ਨੇ, ਤੇ ਤਿੰਨੇ ਉਹ ਹਸਤੀਆਂ ਜਿਹੜੀਆਂ ਅਕਾਲ ਦੇ ਵਿੱਚ ਸਮਾਈਆਂ ਹੋਈਆਂ ਹਨ। ਬਾਬਾ ਬੁੱਢਾ ਸਾਹਿਬ ਜੀ ਵੀ ਅਕਾਲ ਦੇ ਵਿੱਚ ਸਮਾਏ ਹੋਏ ਹਨ, ਭਾਈ ਗੁਰਦਾਸ ਜੀ ਵੀ ਅਕਾਲ ਦੇ ਨਾਲ ਇੱਕਮਿਕ ਹਨ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰ ਪਰਮੇਸ਼ਰ ਨਾਹੀ ਭੇਦ, ਸਤਿਗੁਰੂ ਜੀ ਵੀ ਅਕਾਲ ਦੇ ਵਿੱਚ ਸਮਾਏ। ਤਿੰਨਾਂ ਜਾਣਿਆਂ ਨੇ ਰਲ ਕੇ ਅਕਾਲ ਦਾ ਤਖਤ ਸਿਰਜਿਆ। ਤੇ ਜਦੋਂ ਸਿੱਖ ਹਰਮੰਦਰ ਸਾਹਿਬ ਦੇ ਦੀਵਾਨ ਦੀ ਸਮਾਪਤੀ ਕਰਦੇ ਹਨ, ਉਸ ਤੋਂ ਬਾਅਦ ਫਿਰ ਅਕਾਲ ਬੁੰਗੇ ਤੇ ਆ ਕੇ ਬੈਠ ਜਾਂਦੇ ਹਨ। ਲਾਏ ਦੀਵਾਨ ਗੁਰਮਤਿ ਮਤ ਹੈ, ਲਾਏ ਦੀਵਾਨ ਗੁਰਮਤਿ ਮਤ ਹੈ। ਫਿਰ ਸ੍ਰੀ ਅਕਾਲ ਤਖਤ ਤੇ ਬੈਠ ਕੇ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ, ਕਿਉਂਕਿ ਜਥੇਦਾਰ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਨਵਾਬ ਕਪੂਰ ਸਿੰਘ, ਅਕਾਲੀ ਫੂਲਾ ਸਿੰਘ ਜੀ, ਅਕਾਲੀ ਫੂਲਾ ਸਿੰਘ ਜੀ ਜਥੇਦਾਰ ਹਨ, ਤੇ ਨਵਾਬ ਕਪੂਰ ਸਿੰਘ ਅਤੇ ਭਾਈ ਜੱਸਾ ਸਿੰਘ ਆਲੂਵਾਲੀਆ ਪੰਥ ਦੇ ਅਗਵਾਈ ਕਰਨ ਵਾਲੇ ਹਨ। ਇਹ ਤਿੰਨੇ ਜਾਣੇ ਮੁੜ ਕੇ ਫਿਰ ਗੁਰਮਤਾ ਦੀ ਵਿਚਾਰਾ ਕਰਦੇ ਹਨ, ਇੱਕ ਦੂਜੇ ਦੀ ਸਲਾਹ ਲੈਂਦੇ ਹਨ। ਦੀਵਾਨ ਸਜਾ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਹ ਗੁਰਮਤੇ ਪਾ ਕੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਖੜਨ ਦੀਆਂ ਗੱਲਾਂ ਕਰਦੇ ਹਨ। ਸਰਬੱਤਰ ਖਾਲਸਾ ਸੋਏ ਅਦਾਲਤ, ਸਰਬੱਤਰ ਖਾਲਸਾ ਸੋਏ ਅਦਾਲਤ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਉਹ ਸਿੱਖਾਂ ਦਾ ਜਿਹੜਾ ਕੇਂਦਰੀ ਧੁਰਾ ਹੈ,
ਸੁਪਰੀਮ ਕੋਰਟ ਤੋਂ ਵੀ ਉੱਤੇ ਹੈ, ਕਿਉਂਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ, ਉਸ ਹੁਕਮਨਾਮੇ ਨੂੰ ਬਦਲਣ ਦੀ ਕਿਸੇ ਦੀ ਤਾਕਤ ਨਹੀਂ। ਉਸ ਹੁਕਮਨਾਮੇ ਨੂੰ ਮੰਨਣਾ ਹੀ ਪੈਂਦਾ ਹੈ, ਕਿਉਂਕਿ ਉਹ ਹੁਕਮਨਾਮਾ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪਾਵਨ ਪਵਿੱਤਰ ਸਥਾਨ ਤੋਂ ਨਿਕਲਿਆ ਹੋਇਆ, ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਅਤੇ ਜਥੇਦਾਰ ਦੀ ਮੋਹਰ ਲਾ ਕੇ ਨਿਕਲਦਾ ਹੈ ਕਿ ਆਹ ਜਿਹੜਾ ਕੰਮ ਹੋਣਾ ਹੀ ਹੋਣਾ ਹੈ। ਜਿਵੇਂ ਉਦਾਹਰਨ ਮੈਂ ਇੱਕ ਦੇ ਦਿੰਦਾ ਹਾਂ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀਆਂ ਸ਼ਿਕਾਇਤਾਂ ਅਕਾਲੀ ਫੂਲਾ ਸਿੰਘ ਤੱਕ ਪਹੁੰਚੀਆਂ ਕਿ ਇਹ ਦਾੜੀ ਰੰਗਦਾ ਹੈ ਜਾਂ ਕੰਜਰੀਆਂ ਦਾ ਨਾਚ ਵੇਖਦਾ ਹੈ ਅਤੇ ਮਾੜੇ ਕੰਮ ਕਰਨ ਲੱਗ ਪਿਆ ਹੈ। ਇਹ ਸ਼ਿਕਾਇਤਾਂ ਪਹੁੰਚੀਆਂ ਤਾਂ ਅਕਾਲੀ ਫੂਲਾ ਸਿੰਘ ਨੇ ਹੁਕਮਨਾਮੇ 2 ਜਾਰੀ ਕਰ ਦਿੱਤੇ। ਪਹਿਲਾ ਇਹ ਕਿ ਅੱਜ ਤੋਂ ਬਾਅਦ ਜਿਹੜਾ ਵਾ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਅਰਦਾਸ, ਖਾਲਸੇ ਦੀ ਚੜ੍ਹਦੀ ਕਲਾ ਦੀ ਅਰਦਾਸ ਹਰਿਮੰਦਰ ਸਾਹਿਬ ਹੁੰਦੀ ਹੈ, ਮਹਾਰਾਜਾ ਰਣਜੀਤ ਸਿੰਘ ਦਾ ਨਾਮ ਨਹੀਂ ਲਿਆ ਜਾਵੇਗਾ। ਦੂਸਰੀ, ਜਿਹੜਾ ਖਜ਼ਾਨਾ, ਜਿਹੜੇ ਦੇਗ ਜਿਹੜੀ ਇਹਦੇ ਘਰ ਦੇ ਵਿੱਚੋਂ ਆਉਂਦੀ ਹੈ ਉਹ ਪ੍ਰਵਾਨ ਨਹੀਂ ਹੋਵੇਗੀ, ਸੰਗਤ ਦੀ ਅਰਦਾਸ ਪ੍ਰਵਾਨ ਹੋਇਆ ਕਰੇਗੀ। ਸੰਗਤ ਵੱਲੋਂ ਜਿਹੜੀ ਦੇਗ ਆਇਆ ਕਰੇਗੀ ਉਹ ਜਿਹੜੀ ਅਰਦਾਸ ਵਿੱਚ ਹੋਇਆ ਕਰੇਗੀ। ਮਹਾਰਾਜਾ ਰਣਜੀਤ ਸਿੰਘ ਦਾ ਨਾ ਤਾਂ ਨਾਮ ਲੈਣਾ ਹੈ ਤੇ ਨਾ ਉਹਦੇ ਸਿੱਖ ਰਾਜ ਦੇ ਵਿੱਚੋਂ ਜਿਹੜਾ ਕੋਈ ਪੈਸਾ ਲੈਣਾ ਹੈ। ਤੇ ਜਦੋਂ ਹੁਕਮਨਾਮਾ ਜਾਰੀ ਹੋਇਆ ਅਤੇ ਨਾਲ ਅਕਾਲੀ ਫੂਲਾ ਸਿੰਘ ਨੇ ਇਹ ਕਹਿ ਦਿੱਤਾ ਕਿ ਜਿੰਨਾ ਚਿਰ ਤੱਕ ਮਹਾਰਾਜਾ ਰਣਜੀਤ ਸਿੰਘ ਇਸ ਅਕਾਲ ਤਖਤ ਤੇ ਪੇਸ਼ ਨਹੀਂ ਹੋਵੇਗਾ, ਇਹਨੂੰ ਕਿਸੇ ਨੇ ਫਤਿਹ ਨਹੀਂ ਬੁਲਾਉਣੀ। ਇਹ ਹੁਕਮਨਾਮਾ ਜਾਰੀ ਕੀਤਾ ਤੇ ਜਦੋਂ ਅੰਮ੍ਰਿਤ ਵੇਲੇ ਮਹਾਰਾਜਾ ਰਣਜੀਤ ਸਿੰਘ ਉੱਠਿਆ ਤਾਂ ਉਹਦੇ ਖਾਸ ਜਿਹੜੇ ਦਰਬਾਰੀ ਸਨ, ਉਹਦੇ ਕਮਰੇ ਵਿੱਚੋਂ ਨਿਕਲਦਿਆਂ ਸਾਰ ਜਿਹੜੇ ਫਤਿਹ ਬੁਲਾਉਂਦੇ ਸਨ, ਉਹਨਾਂ ਨੇ ਵੀ ਫਤਿਹ ਨਾ ਬੁਲਾਈ। ਇਹ ਜਿਹੜਾ ਹੁਕਮਨਾਮੇ ਦੀ ਇੰਨੀ ਤਾਕਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਕਾਰਨ, ਤਾਂ ਕਾਰਨ ਦੱਸਿਆ, ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਹੈ, ਜਿੰਨਾ ਚਿਰ ਤੁਸੀਂ ਪੇਸ਼ ਨਹੀਂ ਹੋਵੋਗੇ ਉਹਨਾਂ ਚਿਰ ਤੱਕ ਨਾ ਤੁਹਾਨੂੰ ਜਿਹੜਾ ਫਤਿਹ ਬੁਲਾਈ ਜਾਵੇਗੀ, ਨਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਤੁਹਾਡੇ ਨਾਮ ਦੀ ਅਰਦਾਸ ਹੋਵੇਗੀ। ਤਾਂ ਪੇਸ਼ ਹੋਇਆ ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀ ਫੂਲਾ ਨੇ ਕੋਰੜਿਆਂ ਦੀ ਸਜ਼ਾ ਦਿੱਤੀ, ਪਰ ਸੰਗਤ ਨੇ ਬਚਾ ਦਿੱਤਾ ਕਿ ਬਹੁਤ ਉੱਚੀ ਹਸਤੀ ਹੈ ਜਿਹਨੇ ਆਪਣੀ ਗਲਤੀ ਮੰਨ ਲਈ ਹੈ, ਕਿਉਂਕਿ ਉਹਨੂੰ ਸਿੱਖ ਪੰਥ ਦੇ ਵਿੱਚ ਬਹੁਤ ਉੱਚਾ ਗਿਣਿਆ ਜਾਂਦਾ ਜਿਹੜਾ ਅਪਰਾਧ ਕਰਕੇ, ਗਲਤੀ ਕਰਕੇ ਵੀ ਆਪਣੀ ਗਲਤੀ ਮੰਨ ਲੈਂਦਾ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਇਸੇ ਕਰਕੇ ਮਨੁੱਖ ਨੂੰ ਦੱਸਿਆ ਹੈ ਕਿ ਮਨੁੱਖ ਜੇ ਤੂੰ ਭੁੱਲਣ ਹਾਰਿਆ ਤੇ ਗੁਰੂ ਨੂੰ ਆ ਕੇ ਕਹਿ ਦੇ ਕਿ ਮੈਂ ਆਹ ਗਲਤੀ ਕੀਤੀ ਹੈ, ਇਸ ਗਲਤੀ ਤੇ ਪਰਦਾ ਪਾ ਦੇ, ਅੱਗੇ ਤੋਂ ਸਮਤ ਬਖਸ਼ ਦੇ, ਕਿਉਂਕਿ ਗੁਰੂ ਸਮਰੱਥ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਸਰਬੱਤਰ ਖਾਲਸਾ ਸੋਏ ਅਰਦਾਸ ਸੋਏ ਅਦਾਲਤ। ਸ੍ਰੀ ਅਕਾਲ ਤਖਤ ਸਾਹਿਬ ਸਰਬੱਤਰ ਖਾਲਸੇ ਦੀ ਅਦਾਲਤ ਹੈ। ਉੱਥੇ ਜੋ ਫੈਸਲਾ ਹੁੰਦਾ ਹੈ ਉਸ ਫੈਸਲੇ ਨੂੰ ਸਰਬੱਤਰ ਖਾਲਸਾ ਸਮੁੱਚਾ ਸਿੱਖ ਪੰਥ ਉਹਨੂੰ ਪ੍ਰਵਾਨ ਕਰਦਾ ਹੈ। ਸਿੱਖਣਗਾਰ ਸਿੰਘਨ ਪ੍ਰਤਪਾਲਤ, ਸਿੱਖਣਗਾਰ ਸਿੰਘਨ ਪ੍ਰਤਪਾਲਨ। ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਇਹ ਵਿਚਾਰਾਂ ਹੁੰਦੀਆਂ ਹਨ ਕਿ ਜਿਹੜੇ ਪੰਥ ਦੋਖੀ ਹਨ, ਪੰਥ ਵੈਰੀ ਹਨ, ਉਹਨਾਂ ਨੂੰ ਕਿਹੜੇ ਢੰਗ ਤਰੀਕੇ ਨਾਲ ਸੋਧਾ ਲਾਇਆ ਜਾਵੇ ਅਤੇ ਸਿੱਖੀ ਨੂੰ, ਸਿੱਖਾਂ ਨੂੰ ਕਿਵੇਂ ਉਭਾਰਿਆ ਜਾਵੇ, ਕਿਵੇਂ ਪੰਥ ਨੂੰ ਚੜ੍ਹਦੀ ਕਲਾ ਵਿੱਚ ਖੜਿਆ ਜਾਵੇ, ਇਸ ਬਾਰੇ ਸਾਰੀਆਂ ਵਿਚਾਰਾਂ ਉੱਥੇ ਕੀਤੀਆਂ ਜਾਂਦੀਆਂ ਹਨ। ਮੋਰਾ 1810 ਉੱਪਰ ਫਿਰ ਆਇਓ ਅਹਿਮਦ ਸ਼ਾਹ। 1810 ਉੱਪਰ ਫਿਰ ਆਇਓ ਅਹਿਮਦ ਸ਼ਾਹ। ਭਾਈ ਰਤਨ ਸਿੰਘ ਜੀ ਕਹਿੰਦੇ 1810 ਸੰਮਤ ਹੋ ਗਿਆ ਅਤੇ ਏਸ਼ੀਆ ਦਾ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਆਪਣਾ ਤੀਸਰਾ ਹਮਲਾ ਕਰਨ ਵਾਸਤੇ ਉਹ ਹਿੰਦੁਸਤਾਨ ਨੂੰ ਜਿਹੜਾ ਆਉਣ ਦੀ ਤਿਆਰੀਆਂ ਕਰਨ ਲੱਗਾ। ਸਦਿਓ ਹਿੱਲੇ ਨਜੀਬ ਖਾਂ ਹੋਏ ਮੁਹੰਮਦ ਸ਼ਾਹ। ਸਦਿਓ ਰੋਹਿਲੇ ਨਜੀਬ ਖਾਂ ਮੂਏ ਮੁਹੰਮਦ ਸ਼ਾਹ। ਇੱਕ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ, ਉਹਦੀ ਮੌਤ ਹੋਈ ਹੈ ਅਤੇ ਉਹਦਾ ਜਿਹੜਾ ਵਜ਼ੀਰ ਹੈ, ਉਹਦਾ ਵਜ਼ੀਰ ਦਾ ਨਾਮ ਹੈ ਨਜੀਬ ਖਾਂ ਰੋਹਿਲਾ। ਕਿਉਂਕਿ ਜਦੋਂ ਦਿੱਲੀ ਦੇ ਤਖਤ ਦੇ ਬਾਦਸ਼ਾਹ ਦੀ ਮੌਤ ਹੋਈ, ਖਾਸ ਕਰਕੇ ਉੱਥੇ ਤਖਤ ਵਾਸਤੇ ਰੌਲਾ ਪੈ ਗਿਆ ਤੇ ਜਿਹੜੇ 4 ਬੰਦੇ ਅਜਿਹੇ ਹਨ ਜਿਹੜੇ ਤਖਤ ਦਾ ਦਾਅਵਾ ਰੱਖਦੇ ਹਨ ਕਿ ਮੈਂ ਬੈਠਾਂਗਾ, ਮੈਂ ਬੈਠਾਂਗਾ, ਮੈਂ ਬੈਠਾਂਗਾ, ਉਹਦੇ ਕਰਕੇ ਆਪਸ ਵਿੱਚ ਝਗੜਾ ਹੋਇਆ, ਜਿਹਦੇ ਕਰਕੇ ਤਖਤ ਤੇ ਬਹਿਣ ਵਾਸਤੇ ਇਸ ਨਜੀਬ ਖਾਂ ਰੋਹਿਲੇ ਨੇ ਅਬਦਾਲੀ ਨੂੰ ਚਿੱਠੀ ਲਿਖੀ ਕਿ ਤੂੰ ਜੇ ਮੇਰੀ ਮਦਦ ਕਰਕੇ ਮੈਨੂੰ ਦਿੱਲੀ ਦਾ ਬਾਦਸ਼ਾਹ ਬਣਾ ਦੇਵੇਂ
ਤਾਂ ਮੈਂ ਤੇਰੀ ਗੁਲਾਮੀ ਕਰਨ ਵਾਸਤੇ ਤਿਆਰ ਹਾਂ ਤੇ ਤੈਨੂੰ ਹੋਰ ਵੀ ਬਹੁਤ ਸਾਰਾ ਨਾਮ ਵੀ ਦਿੱਤਾ ਜਾਵੇਗਾ, ਤੈਨੂੰ ਪੈਸਾ ਢੇਲਾ ਵੀ ਦਿੱਤਾ ਜਾਵੇਗਾ। ਬਸ ਤੂੰ ਮੇਰੀ ਮਦਦ ਕਰਕੇ ਮੈਨੂੰ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦੇ। ਤੇ ਇਸ ਨਜੀਬ ਖਾਨ ਰੁਹੇਲੇ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਕਾਬਲ ਦੀ ਧਰਤੀ ਤੋਂ ਤੀਸਰਾ ਹਮਲਾ ਕਰਨ ਵਾਸਤੇ ਸੱਦਾ ਦਿੱਤਾ। ਜਦੋਂ ਦਿੱਲੀ ਦਾ ਬਾਦਸ਼ਾਹ ਮਰ ਗਿਆ। ਚੌਪਈ ਚਾਰ ਭਾਗ ਗਿਆ ਚਾਰ ਵਜ਼ੀਰ, ਚਾਰ ਭਾਗ ਕੇ ਚਾਰ ਵਜ਼ੀਰ। ਦਿੱਲੀ ਦੇ ਬਾਦਸ਼ਾਹ ਦੇ ਚਾਰ ਵਜ਼ੀਰ ਹਨ, ਖਾਸ ਕਰਕੇ ਜਿਹੜੇ ਬਹੁਤ ਜ਼ਿਆਦਾ ਖਾਸ ਸਨ, ਜਿਹੜੇ ਮੁਹੰਮਦ ਸ਼ਾਹ ਰੰਗੀਲਾ ਨੂੰ ਜਿਹੜੇ ਲਾਗੇ ਬੈਠ ਕੇ ਸਲਾਹ ਦਿੰਦੇ ਸਨ, ਉਹ ਚਾਰ ਵਜ਼ੀਰ ਸਨ। ਤੇ ਮੰਨ ਲਓ ਜਿਵੇਂ ਉਹ ਦਿੱਲੀ ਦੇ ਚਾਰ ਜਿਹੜੇ ਪੈਰ ਹੋਣ। ਦਬਿਓ ਆਪ ਤਿਨ ਮੁਲਕ ਗੰਭੀਰ, ਦਬਿਓ ਆਪ ਤਿਨ ਮੁਲਕ ਗੰਭੀਰ। ਪਰ ਚੌਹਾਂ ਜਾਣਿਆਂ ਦੇ ਮਨ ਦੇ ਵਿੱਚ ਲਾਲਚ ਆਇਆ ਕਿ ਮੈਂ ਦਿੱਲੀ ਦਾ ਬਾਦਸ਼ਾਹ ਬਣਾ। ਫਲਾਣਾ ਕਹਿ ਲੱਗਾ ਮੈਂ ਦਿੱਲੀ ਦਾ ਬਾਦਸ਼ਾਹ ਬਣਾ, ਕਿਉਂਕਿ ਜਦੋਂ ਬਾਦਸ਼ਾਹ ਮਰ ਗਿਆ ਤੇ ਬਾਦਸ਼ਾਹ ਮਰਨ ਦੇ ਨਾਲ ਜਿਹੜਾ ਦਿੱਲੀ ਦਾ ਤਖਤ ਜਿਹੜਾ ਉਹ ਨਖਸਮਾ ਹੋ ਗਿਆ, ਕੋਈ ਉਸ ਦਾ ਮਾਲਕ ਨਹੀਂ ਹੈ। ਪਰ ਜਿਹੜੇ ਵਜ਼ੀਰ ਸਨ ਇਹ ਜਿਹੜਾ ਲੜ ਪਏ, ਆਪਸ ਵਿੱਚ ਰੌਲਾ ਪਾਉਣ ਲੱਗ ਪਏ, ਜਿਹਦੇ ਕਰਕੇ ਇਹ ਚੌਵੇਂ ਜਾਣੇ ਦਾਵਾ ਕਰਨ ਲੱਗੇ ਕਿ ਮੈਂ ਦਿੱਲੀ ਦੇ ਤਖਤ ਤੇ ਬਵਾਂਗਾ। ਪਰ ਲੜਾਈ ਕਾਰਨ ਜਿਹੜਾ ਵਾ ਉਹ ਦਿੱਲੀ ਦੇ ਤਖਤ ਤੇ ਬੈਠ ਨਾ ਸਕੇ। ਇਸ ਕਰਕੇ ਇਹਨਾਂ ਚੌਵਾਂ ਜਾਣਿਆਂ ਨੇ ਆਪਣੀਆਂ ਆਪਣੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਮੈਨੂੰ ਤਖਤ ਮਿਲ ਜਾਵੇ, ਮੈਂ ਬਾਦਸ਼ਾਹ ਬਣ ਜਾਵਾਂ। ਆਪਸ ਮੈਂ ਸ਼ਰੀਕਤ ਕਰੇ, ਆਪਸ ਮੈਂ ਸ਼ਰੀਕਤ ਕਰੇ। ਸ਼ਰੀਕਤ ਤੋਂ ਭਾਵ ਕਿ ਸ਼ਰੀਕਾ। ਆਪਸ ਦੇ ਵਿੱਚ ਚੌਵੇਂ ਜਾਣੇ ਸ਼ਰੀਕਾ ਕਰਨ ਲੱਗ ਪਏ ਹਨ। ਆਪਸ ਦੇ ਵਿੱਚ ਚੌਵੇਂ ਜਾਣੇ ਲੜਨ ਲੱਗ ਪਏ ਹਨ, ਵੈਰ ਕਰਨ ਲੱਗ ਪਏ ਹਨ, ਇੱਕ ਦੂਜੇ ਦਾ ਵਿਰੋਧ ਕਰਦੇ ਹਨ। ਆਪਸ ਮੈਂ ਸੋ ਮਾਰੇ ਮਰੇ, ਆਪਸ ਮਾਏ ਸੋ ਮਾਰੇ ਮਰੇ। ਇੱਥੋਂ ਤੱਕ ਸਮਾਂ ਆ ਗਿਆ ਕਿ ਇੱਕ ਦੂਜੇ ਨੂੰ ਮਾਰਨ ਵਾਸਤੇ ਵੀ ਇਹ ਚੌਵੇਂ ਜਾਣੇ ਤਿਆਰ ਹੋ ਗਏ। ਲਖਨਊ ਮੱਲਿਓ ਮਨਸੂਰ ਅਲੀ, ਲਖਨਊ ਮੱਲਿਓ ਮਨਸੂਰੇ ਅਲੀ। ਹੁਣ ਉਹਨਾਂ ਚਾਰ ਵਜ਼ੀਰਾਂ ਦੇ ਨਾਮ ਭਾਈ ਰਤਨ ਸਿੰਘ ਜੀ ਦੱਸਣ ਲੱਗੇ। ਉਹ ਚਾਰ ਵਜ਼ੀਰ ਕਿਹੜੇ ਹਨ ਜਿਨ੍ਹਾਂ ਨੇ ਦਿੱਲੀ ਦੇ ਤਖਤ ਵਾਸਤੇ ਦਾਵਾ ਕਰਦੇ ਹਨ ਤੇ ਰੌਲਾ ਪਾਉਂਦੇ ਹਨ। ਪਹਿਲੇ ਦਾ ਨਾਮ ਹੈ ਮਨਸੂਰ ਅਲੀ। ਇਹ ਜਿਹੜਾ ਬਹੁਤ ਖਾਸ ਵਜ਼ੀਰ ਸੀ ਜਿਹੜਾ ਦਿੱਲੀ ਦੇ ਬਾਦਸ਼ਾਹ ਦਾ। ਮਨਸੂਰ ਅਲੀ ਇਹਨੇ ਜਿਹੜਾ ਆਪਣੀ ਤਾਕਤ ਵਧਾਉਣੀ ਸ਼ੁਰੂ ਕਰ ਦਿੱਤੀ, ਕਿਉਂਕਿ ਪਤਾ ਸੀ ਕਿ ਤਾਕਤ ਤੋਂ ਬਿਨਾਂ ਜਿਹੜਾ ਵਾ ਦਿੱਲੀ ਦਾ ਤਖਤ ਉਹ ਪ੍ਰਾਪਤ ਨਹੀਂ ਹੋ ਸਕਦਾ। ਇਹਨੇ ਆਪਣੀ ਤਾਕਤ ਵਧਾਉਣ ਦੇ ਲਈ ਲਖਨਊ ਦਾ ਇਲਾਕਾ ਚੁਣਿਆ ਤੇ ਲਖਨਊ ਦੇ ਇਲਾਕੇ ਦੇ ਵਿੱਚ ਜਾ ਕੇ ਇਹਨੇ ਕਬਜ਼ਾ ਕਰਕੇ ਅਤੇ ਆਪਣਾ ਜਿਹੜਾ ਵਾ ਤਾਕਤ ਨੂੰ ਵਧਾਉਣਾ ਇਹਨੇ ਸ਼ੁਰੂ ਕਰ ਦਿੱਤਾ। ਮਨਸੂਰੀ ਟਕੇ ਮੋਹਰ ਹੈ ਚਲੀ, ਮਨਸੂਰੀ ਟਕੇ ਮੋਹਰ ਤੇ ਚੱਲੇ। ਇਹਨੇ ਇੱਕ ਤੇ ਲਖਨਊ ਨੂੰ ਆਪਣੀ ਰਾਜਧਾਨੀ ਬਣਾ ਲਿਆ ਤੇ ਦੂਸਰਾ ਇਹਨੇ ਕੰਮ ਇਹ ਕੀਤਾ ਕਿ ਆਪਣੇ ਨਾਮ ਦਾ ਜਿਹੜਾ ਮਨਸੂਰੀ ਟਕਾ ਉਹ ਚਾਲੂ ਕਰ ਦਿੱਤਾ ਤੇ ਲਖਨਊ ਵਿੱਚ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਮੇਰੇ ਨਾਮ ਦਾ ਸਿੱਕਾ ਚੱਲੇਗਾ, ਮੇਰੇ ਨਾਮ ਦਾ ਪੈਸਾ ਚੱਲੇਗਾ। ਇਹਨੇ ਆਪਣੇ ਨਾਮ ਤੋਂ ਲਖਨਊ ਦੇ ਵਿੱਚ ਆਪਣੇ ਨਾਮ ਤੋਂ ਜਿਹੜਾ ਉਹ ਟਕਾ ਚਲਾ ਦਿੱਤਾ। ਵਜ਼ੀਰ ਨਿਜ਼ਾਮ ਅਲੀ, ਕੁਤੁਬ ਵਜ਼ੀਰ ਨਿਜ਼ਾਮ ਅਲੀ। ਇਹ ਦੂਸਰੇ ਵਜ਼ੀਰ ਦਾ ਨਾਮ ਹੈ ਜਿਹਦਾ ਨਾਮ ਨਿਜ਼ਾਮ ਅਲੀ ਹੈ। ਦੱਖਣ ਰੋਕ ਰੱਖੀ ਉਨ ਭਲੀ, ਦੱਖਣ ਰੋਕ ਰੱਖੀ ਉਨ ਭਲੀ। ਤੇ ਇਹਨੇ ਵੀ ਹਿੰਦੁਸਤਾਨ ਦੀ ਬਾਦਸ਼ਾਹੀ ਪ੍ਰਾਪਤ ਕਰਨ ਵਾਸਤੇ ਦੱਖਣ ਦੇ ਵੱਲ ਭਾਵ ਕਿ ਜਿਹੜਾ ਹੈਦਰਾਬਾਦ ਵਾਲਾ ਇਲਾਕਾ ਆਉਂਦਾ ਹੈ, ਇਧਰਲੇ ਬੰਨੇ ਇਹਨੇ ਆਪਣਾ ਜਿਹੜਾ ਵਾ ਤਾਕਤ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਇਹਨੇ ਜਿਹੜਾ ਇਧਰ ਕਬਜ਼ਾ ਕਰ ਲਿਆ ਅਤੇ ਇਧਰ ਜਿਹੜਾ ਇਹਨੇ ਆਪਣਾ ਜਿਹੜਾ ਵਾ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ। ਦਿੱਲੀ ਕੇ ਬਾਦਸ਼ਾਹ ਕੋ ਇਨ ਲੂਨ ਹਰਾਮੀ, ਦਿੱਲੀ ਕੇ ਬਾਦਸ਼ਾਹ ਕੋ ਇਨ ਲੂਨ ਹਰਾਮ। ਭਾਈ ਰਤਨ ਸਿੰਘ ਜੀ ਕਹਿੰਦੇ ਇਹਨਾਂ ਵਜ਼ੀਰਾਂ ਨੇ ਦਿੱਲੀ ਦੇ ਪਾਤਸ਼ਾਹ ਦੇ ਮਰਨ ਦੇ ਸਾਰੇ ਲੂਣ ਹਰਾਮੀ ਕਰਨੀ ਸ਼ੁਰੂ ਕਰ ਦਿੱਤੀ। ਭਾਵ ਕਿ ਜਿਹੜੀ ਥਾਲੀ ਤੇ ਖਾਂਦੇ ਰਹੇ ਉਸੇ ਥਾਲੀ ਦੇ ਵਿੱਚ ਹੀ ਛੇਕ ਕਰਨਾ ਇਹਨਾਂ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਪਣੇ ਇਲਾਕੇ ਮਲ ਕੇ ਆਪਣਾ ਆਪਣਾ ਨਾਮ ਬਣਾਉਣਾ ਸ਼ੁਰੂ ਕਰ ਲਿਆ। ਰੋਹਿਲਾ ਗਲੀਜੇ ਜਾ ਮਿਲਿਓ ਨਜੀਬ ਖਾਂ ਉਸ ਨਾਮ, ਰੋਹਿਲੇ ਗਿਲਜੇ ਜਾ ਮਿਲਿਓ ਨਜੀਬ ਖਾਂ ਉਸ ਨਾਮ। ਤੇ ਜਿਹੜਾ ਵਜ਼ੀਰ ਦਾ ਤੀਸਰਾ ਵਜ਼ੀਰ ਹੈ ਉਹਦਾ ਨਾਮ ਹੈ ਨਜੀਬ ਖਾਂ
ਰੋਹਿਲਾ ਅਤੇ ਇਹਨੇ ਆਪਣੀ ਮਦਦ ਵਾਸਤੇ ਜਿਹੜਾ ਅਬਦਾਲੀ ਨੂੰ ਚਿੱਠੀ ਲਿਖੀ ਹੈ। ਗਿਲਜੇ ਤੋਂ ਭਾਵ ਕਿ ਅਬਦਾਲੀ, ਅਹਿਮਦ ਸ਼ਾਹ ਅਬਦਾਲੀ ਨੂੰ ਚਿੱਠੀ ਲਿਖੀ ਕਿ ਤੂੰ ਮੇਰੀ ਆ ਕੇ ਮਦਦ ਕਰ ਦਿੱਲੀ ਦੇ ਵਿੱਚ ਅਤੇ ਮੈਂ ਇਸ ਦਿੱਲੀ ਦਾ ਬਾਦਸ਼ਾਹ ਬਣਨਾ ਚਾਹੁੰਦਾ ਹਾਂ। ਚੌਪਈ ਮੁਗਲ ਗਾਜ ਦੀ ਮਹੱਟਣ ਲਿਆਵੇ, ਮੁਗਲ ਗਾਜ ਦੀ ਮਰਹੱਟਣ ਲਿਆਵੇ। ਹੁਣ ਆ ਚੌਥੇ ਵਜ਼ੀਰ ਦਾ ਨਾਮ ਹੈ ਜਿਹਦਾ ਨਾਮ ਹੈ ਗਾਜਦੀਨ। ਇਹ ਗਾਜਦੀਨ ਜਿਹੜਾ ਹੈ ਇਹ ਵੀ ਦਿੱਲੀ ਦਾ ਬਾਦਸ਼ਾਹ ਬਣਨਾ ਚਾਹੁੰਦਾ ਹੈ ਅਤੇ ਇਹਨੇ ਆਪਣੀ ਤਾਕਤ ਵਾਸਤੇ ਜਾਂ ਆਪਣੀ ਮਦਦ ਵਾਸਤੇ ਮਰਹੱਟਿਆਂ ਨੂੰ ਸੱਦ ਲਿਆ ਹੈ ਕਿ ਤੁਸੀਂ ਆ ਕੇ ਮੇਰੀ ਮਦਦ ਕਰੋ ਤਾਂ ਜੋ ਮੈਨੂੰ ਦਿੱਲੀ ਦਾ ਤਖਤ ਮਿਲ ਸਕੇ। ਰਹੀਲੇ ਉੱਪਰ ਉਹਨਾਂ ਚੜਾਵੇ, ਰਹੀਲੇ ਉੱਪਰ ਉਹਨੇ ਚੜਾਵੇ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਇਸ ਗਾਜਦੀਨ ਨੇ ਮਰਹੱਟਿਆਂ ਨੂੰ ਸੱਦ ਕੇ ਜਿਹੜਾ ਨਜੀਬ ਖਾਨ ਰੋਹਿਲਾ ਵਜ਼ੀਰ ਹੈ ਉਹਦੇ ਉੱਤੇ ਆਪਣੀਆਂ ਫੌਜਾਂ ਚੜਵਾਈਆਂ, ਮਰਹੱਟਿਆਂ ਨੂੰ ਚੜਵਾ ਦਿੱਤਾ ਕਿ ਤੁਸੀਂ ਉੱਤੇ ਚੜਾਈ ਕਰਕੇ ਇਸ ਨਜੀਬ ਖਾਨ ਨੂੰ ਖਤਮ ਕਰ ਦਵੋ ਤਾਂ ਜੋ ਮੈਨੂੰ ਤਖਤ ਮਿਲ ਸਕੇ, ਕਿਉਂਕਿ ਸਿਰਫ ਇਹਨਾਂ ਦੋਵਾਂ ਜਾਣੀਆਂ ਨੇ ਬਾਹਰੀ ਤਾਕਤਾਂ ਮੰਗਾਈਆਂ ਹਨ, ਇੱਕ ਗਾਜਦੀਨ ਨੇ ਤੇ ਇੱਕ ਨਜੀਬ ਖਾਨ ਨੇ। ਪਰ ਜਿਹੜੇ ਦੂਜੇ ਦੋ ਮਨਸੂਰ ਅਲੀ ਅਤੇ ਨਿਜ਼ਾਮ ਅਲੀ ਇਹ ਆਪਣੀ ਤਾਕਤ ਵਧਾ ਰਹੇ ਹਨ ਆਪਣੇ ਸਿਰ ਬਲਬੁੱਦੇ ਤੇ, ਕਿਉਂਕਿ ਪਤਾ ਹੈ ਜਦੋਂ ਇਹ ਦੋਵੇਂ ਮਰ ਜਾਣਗੇ ਜਾਂ ਲੜ ਕੇ ਇੱਕ ਮਰ ਜਾਊਗਾ ਤੇ ਫਿਰ ਆਪਾਂ ਜਿਹੜਾ ਦੂਜੇ ਬੰਨੇ ਕਰਾਂ, ਕਿਉਂਕਿ ਹਰੇਕ ਬੰਦਾ ਆਪਣੀ ਚਾਲ ਚੱਲਣ ਦਿਆ ਵਾ ਤਾਂ ਜੋ ਮੇਰੀ ਚਾਲ ਕਾਮਯਾਬ ਹੋ ਜਾਵੇ। ਪਰ ਇੱਧਰ ਜਿਹੜੇ ਇਹ ਦੋ ਖਾਸ ਕਰਕੇ ਵਜ਼ੀਰ ਹਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ। ਗਾਜਦੀਨ ਨੇ ਨਜੀਬ ਖਾਨ ਨੂੰ ਮਾਰਨ ਵਾਸਤੇ ਮਰਹੱਟੇ ਸੱਦ ਲਏ ਹਨ ਤੇ ਨਜੀਬ ਖਾਨ ਨੇ ਆਪਣੇ ਤਖਤ ਨੂੰ ਪ੍ਰਾਪਤ ਕਰਨ ਵਾਸਤੇ ਅਬਦਾਲੀ ਨੂੰ ਸੁਨੇਹਾ ਭੇਜ ਦਿੱਤਾ ਕਿ ਮੈਨੂੰ ਆ ਕੇ ਤਖਤ ਦਵਾ। ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਦੋਵੇਂ ਧਿਰਾਂ ਜਿਹੜੀਆਂ ਹਨ ਆਪਣੀ ਆਪਣੀ ਤਾਕਤ ਵਾਸਤੇ ਮਦਦ ਸੱਦ ਲਈ ਹੈ ਤੇ ਕਿਹੜੀ ਫਿਰ ਤਾਕਤ ਦਿੱਲੀ ਦੇ ਤਖਤ ਤੇ ਬੈਠਦੀ ਹੈ ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।